ਹੁਣ ਰੀਸੈਂਟਲੀ ਮਲਿਕਾ ਨੇ ਜਿਹੜਾ ਗੋਲਡ ਮੈਡਲ ਲਿਆ ਗੁਜਰਾਤ ਤੋਂ, ਹੈ ਨਾ, ਤੁਸੀਂ ਕਿਹਾ ਜਿੱਤ ਕੇ ਆਈ ਹੈ। ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਮਲਿਕਾ ਮੈਡਲ ਗਲੇ 'ਚ ਪਾ ਕੇ ਘਰ ਆਉਂਦੀ ਹੈ? ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਐਜ਼ ਏ ਮਾਂ, ਐਜ਼ ਏ ਪੇਰੈਂਟਸ, ਕਿ ਬੱਚੇ ਨੇ ਸਾਡੇ ਪੰਜਾਬ ਦਾ ਇੱਕ ਵਾਰੀ ਹੋਰ ਨਾਮ ਰੋਸ਼ਨ ਕੀਤਾ ਹੈ। ਕਿ ਮਲਿਕਾ ਡੈਫ ਐਂਡ ਡੰਬ ਦੀ ਕੈਟਾਗਰੀ ਦੇ ਵਿੱਚ ਹੈ, ਔਰ ਸਪੋਰਟਸ ਦੇ ਵਿੱਚ ਕੀ ਇਸ ਤਰ੍ਹਾਂ ਦਾ ਕੋਟਾ ਹੈਗਾ ਜਾਂ ਇੱਦਾਂ ਦੀ ਕੋਈ ਸਰਕਾਰ ਦੀ ਪਾਲਿਸੀ ਹੈਗੀ ਹੈ ਕਿ ਮਲਿਕਾ ਨੂੰ ਕਦੇ ਕਿਸੇ ਚੀਜ਼ ਦੇ ਵਿੱਚ ਮਦਦ ਮਿਲ ਸਕੇ? ਬਾਦਲ ਸਰਕਾਰ ਸੀਗੀ, ਉਦੋਂ ਵੀ ਮਲਿਕਾ ਨੇ ਮੈਡਲ ਲਿਆਂਦੇ, ਔਰ ਮਲਿਕਾ ਬੜੀ ਐਕਸਾਈਟਿਡ ਸੀ ਕਿ ਚਲੋ ਮੈਂ ਅਵਾਰਡ ਜਿੱਤ ਕੇ ਲਿਆਈ ਹਾਂ, ਔਰ ਚੰਡੀਗੜ੍ਹ ਮੇਰੀ ਫਾਈਲ ਗਈ, ਪਰ ਉਹ ਫਾਈਲ ਕਦੀ ਇੱਧਰ ਤੇ ਕਦੀ ਉੱਧਰ, ਕਦੀ ਉੱਧਰ ਤੇ ਉੱਧਰ ਹੀ ਰੁਲਦੀ ਰਹੀ, ਕੋਈ ਸਿੱਟਾ ਨਹੀਂ ਹੁੰਦਾ ਨਿਕਲਿਆ। ਉੱਥੇ ਸਾਨੂੰ ਕੀ ਵਰਡਿੰਗ ਉੱਥੇ ਕਹਿੰਦੇ ਹੈ, ਚੈਸ ਗੇਮ ਹੈ, ਹੋਰ ਕੋਈ ਗੇਮ ਹੁੰਦੀ ਤੇ ਇਹਨੂੰ ਹੁਣੇ ਹੀ ਕੈਸ਼ ਅਵਾਰਡ ਮਿਲ ਜਾਣਾ ਸੀਗਾ। ਕਾਂਗਰਸ ਸਰਕਾਰ ਆਈ, ਫਿਰ ਅਸੀਂ ਉਹਨਾਂ ਮੰਤਰੀਆਂ ਕੋਲ ਜਾਂਦੇ ਰਹੇ, ਉੱਥੇ ਉਸ ਟਾਈਮ ਦੇ ਉੱਤੇ ਰਾਣਾ ਗੁਰਮੀਤ ਸਿੰਘ ਸੋਢੀ ਸੀਗੇ ਸਪੋਰਟਸ ਮਿਨਿਸਟਰ, ਉਹਨਾਂ ਨੂੰ ਮਲਿਕਾ ਜਾ ਕੇ 4-5 ਵਾਰੀ ਮਿਲੀ ਵੀ ਹੈ। ਔਰ ਜਦੋਂ ਮਲਿਕਾ ਨੇ ਗ੍ਰੈਜੂਏਸ਼ਨ ਕੀਤੀ ਤੇ ਫਿਰ ਤੇ ਮਲਿਕਾ ਦਾ ਹੱਕ ਬਣਦਾ ਸੀ ਸਾਨੂੰ ਜਾ ਕੇ ਕਹਿਣਾ, ਜਿੱਦਾਂ ਦਾ ਵਾਅਦਾ ਉਹਨਾਂ ਨੇ ਕੀਤਾ ਸੀ, ਹੈ ਨਾ, ਬੱਚੇ ਦੇ ਅੰਦਰ ਇੱਕ ਆ ਜਾਂਦਾ ਕਿ ਮੈਂ ਉਹ ਵਾਅਦਾ ਪੂਰਾ ਕਰਾਂ। ਸੋ ਗ੍ਰੈਜੂਏਸ਼ਨ ਕੰਪਲੀਟ ਹੋ ਗਈ। ਰਾਣਾ ਸੋਢੀ ਜੀ ਦੇ ਨਾਲ ਜਦੋਂ ਤੁਹਾਡੀ ਇਹ ਵਾਰਤਾਲਾਪ ਹੋਈ ਸੀ, ਮੇਰੇ ਖਿਆਲ ਨਾਲ 2016-17 ਦਾ ਸਮਾਂ ਸੀ। ਸਵੇਰੇ ਫੋਨ ਆਉਂਦਾ ਜਿਸ ਤਰ੍ਹਾਂ ਕਿ 10-11 ਵਜੇ ਕਿ ਕੱਲ੍ਹ ਨੂੰ ਤੁਸੀਂ ਉੱਥੇ ਆਉਣਾ ਹੈਗਾ ਔਰ ਉੱਥੇ ਮਲਿਕਾ ਦਾ ਵੈਲਕਮ ਕੀਤਾ ਜਾਏਗਾ। ਤੁਸੀਂ ਮੰਨਦੇ ਹੋ ਮਲਿਕਾ ਨੇ ਆਪਣੀ ਜੋ ਵੀ ਇੰਡੀਆ ਦੀ ਯੂਨੀਫਾਰਮ ਹੈ ਉਹ ਵੀ ਕੱਢ ਲਈ, ਔਰ ਮਲਿਕਾ ਦੀ ਪੂਰੀ ਤਿਆਰੀ ਸੀ, ਅਸੀਂ ਗੱਡੀ ਵੀ ਬੁੱਕ ਕਰਾ ਲਈ ਵੀ ਬੱਚੇ ਨੂੰ ਉੱਥੇ ਲੈ ਕੇ ਜਾਣਾ। ਔਰ ਦੁਪਹਿਰੇ 2 ਵਜੇ ਜਦੋਂ ਉਹਨਾਂ ਦੇ ਆਫਿਸ ਤੋਂ ਫੋਨ ਆਉਂਦਾ ਹੈ ਕਿ ਮਲਿਕਾ ਨੂੰ ਉੱਥੇ ਨਹੀਂ ਬੁਲਾਇਆ ਜਾ ਰਿਹਾ, ਤੁਸੀਂ ਦੇਖੋ ਬੱਚੇ ਨੂੰ ਕਿੰਨਾ ਧੱਕਾ ਵੱਜਿਆ ਹੋਏਗਾ ਉਸ ਟਾਈਮ ਦੇ ਉੱਤੇ ਕਿ ਤੁਸੀਂ ਪਹਿਲੇ ਬੁਲਾਉਂਦੇ ਹੋ ਔਰ ਉੱਥੇ ਫਿਰ ਇੱਥੇ ਤੱਕ ਕਿ ਮਲਿਕਾ ਲਈ ਕਹਿੰਦੇ ਤੁਸੀਂ ਉੱਥੇ ਰਾਤ ਰੁਕੋਗੇ। ਮੈਂ ਕਿਹਾ ਹਾਂਜੀ ਰੁਕਾਂਗੇ, ਹੋਟਲ ਵੀ ਬੁੱਕ ਕਰਵਾਤਾ, ਜੋ ਵੀ ਇਹਨਾਂ ਦਾ ਸਾਰੇ ਫਾਰਮੈਲਿਟੀਜ਼ ਹੈ, ਈਵਨ ਦੈਨ ਇਹਦੇ ਪਾਸਬੁੱਕ ਦੀ ਕਾਪੀ ਵੀ ਮੰਗਵਾ ਲਈ ਉਹਨਾਂ ਨੇ। ਔਰ ਦੁਪਹਿਰ ਨੂੰ 2 ਵਜੇ ਕਹਿੰਦੇ ਕਿ ਨਹੀਂ ਮਲਿਕਾ ਨਹੀਂ। ਸਾਡੇ ਕੈਪਟਨ ਅਮਰਿੰਦਰ ਸਿੰਘ ਆਪ ਖਾਣਾ ਬਣਾ ਰਹੇ ਹੈ, ਨੀਰਜ ਚੋਪੜਾ ਦੇ ਮੂੰਹ ਦੇ ਵਿੱਚ ਚਮਚੇ ਪਾ ਰਹੇ ਹੈ। ਉਸ ਟਾਈਮ ਤੇ ਤੁਸੀਂ ਫੀਲ ਕਰੋ ਕਿ ਇੱਕ ਪਲੇਅਰ ਜਿਹੜਾ ਆਪਣੇ ਪੰਜਾਬ ਦਾ, ਉਹਦੇ ਮਨ ਤੇ ਕੀ ਬੀਤ ਰਹੀ ਹੋਏਗੀ ਕਿ ਮੈਨੂੰ ਵੀ ਇਹਨਾਂ ਨੇ ਬੁਲਾਇਆ ਸੀ ਉੱਥੇ, ਮੈਨੂੰ ਵੀ ਬੁਲਾਇਆ ਸੀ। ਅੱਜ ਆਪਣੀ ਧੀ ਬਗਾਨੀ ਹੋ ਗਈ ਔਰ ਬਗਾਨਾ ਪੁੱਤਰ ਅੱਜ ਆਪਣਾ ਹੋ ਗਿਆ, ਸਿਰਫ ਇੱਕ ਪੋਪੁਲੈਰਿਟੀ ਕਿ ਉਹਦੀ ਪੋਪੁਲੈਰਿਟੀ ਮੇਰੇ ਨਾਲ ਜ਼ਿਆਦਾ ਹੈ। ਔਰ ਪ੍ਰਗਟ ਸਿੰਘ ਸਰ ਨੇ ਵੀ ਕਹਿਣਾ ਹਾਂਜੀ ਬੇਟਾ ਮੈਨੂੰ ਤੇਰੇ ਕੇਸ ਦਾ ਪਤਾ ਹੈ, ਸਭ ਕੁਝ ਪਤਾ ਹੈ, ਤੇਰਾ ਸਭ ਕੁਝ ਕਰਾਂਗੇ ਅਸੀਂ, ਬਸ ਥੋੜ੍ਹਾ ਟਾਈਮ ਦੇ ਦਿਓ, ਥੋੜ੍ਹਾ ਟਾਈਮ ਦੇ ਦਿਓ। ਅਸੀਂ 3-4 ਵਾਰੀ ਜਾ ਕੇ ਉਹਨਾਂ ਨੂੰ ਮਿਲੇ ਵੀ ਹਾਂ। ਜਦੋਂ ਲਾਸਟ 31 ਦਸੰਬਰ ਨੂੰ ਮਲਿਕਾ ਉੱਥੇ ਗਈ ਆ ਉਹਨਾਂ ਨੂੰ ਮਿਲਣ ਲਈ, ਔਰ ਉਹਨਾਂ ਦੀ ਕੀ ਵਰਡਿੰਗ ਸੀ ਉਸ ਟਾਈਮ ਦੇ ਉੱਤੇ, ਤੁਹਾਡੇ ਲਈ ਤਾਂ ਕੋਈ ਸਾਡੇ ਕੋਲ ਪਾਲਿਸੀ ਨਹੀਂ ਹੈਗੀ ਕਿ ਮੈਂ ਕੈਸ਼ ਅਵਾਰਡ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਦਿਆਂ, ਮੈਂ ਚੈੱਕ ਬੁੱਕ ਕੋਈ ਆਪਣੀ ਜੇਬ ਦੇ ਵਿੱਚ ਲੈ ਕੇ ਬੈਠਾ ਹੋਇਆ ਵਾਂ। ਇਹ ਵਰਡਿੰਗ ਦੱਸੋ ਤੁਸੀਂ ਇੱਕ ਸਪੋਰਟਸ ਮਿਨਿਸਟਰ ਨੂੰ ਸ਼ੋਭਾ ਦਿੰਦੀ ਹੈ? ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਕਹਿੰਦੇ ਰਹੇ ਕਿ ਜੀ ਉਹਨੂੰ ਸਮਝ ਨਹੀਂ ਆਈ ਹੋਏਗੀ। ਚਲੋ ਮਲਿਕਾ ਨੂੰ ਨਹੀਂ ਸਮਝ ਆਈ ਹੋਏਗੀ, ਮੰਨ ਲਓ ਤੁਹਾਡੀ ਮਲਿਕਾ ਸੁਣ ਨਹੀਂ ਸਕਦੀ, ਪਰ ਤੁਹਾਡੇ ਐਕਸਪ੍ਰੈਸ਼ਨ ਤੇ ਸਮਝ ਸਕਦੀ ਹੈ। ਉਹਦੇ ਪਾਪਾ ਤੇ ਐਜੂਕੇਟਿਡ ਹੈਗੇ ਨੇ, ਉਹਦਾ ਭਈਆ ਤੇ ਐਜੂਕੇਟਿਡ ਹੈਗਾ, ਅਨਪੜ੍ਹ ਤੇ ਨਹੀਂ ਅਸੀਂ ਹੈਗੇ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਜੋ ਵੀ ਗੱਲ ਕਹਿ ਦਿਓਗੇ ਸਾਨੂੰ ਸਮਝ ਨਹੀਂ ਆਏਗੀ ਜਾਂ ਸਾਨੂੰ ਸੁਣਦਾ ਨਹੀਂ ਗਾ ਹੈਗਾ। ਇਹਨੇ ਉਸੇ ਟਾਈਮ ਤੇ ਸ਼ਾਇਦ ਇਹਨੂੰ ਪਤਾ ਨਹੀਂ ਕੀ ਫੀਲਿੰਗ ਆਈ ਕੀ ਨਹੀਂ ਆਈ, ਆਪਣੇ ਮੈਡਲ ਚੁੱਕ ਕੇ ਇਹਨੇ ਖੜਕਾਏ ਔਰ ਜੋ ਵੀ ਇਹਨੇ ਮੀਡੀਆ ਦੇ ਉੱਤੇ ਪਾਇਆ ਆਪਣੀ ਲੈਂਗੁਏਜ ਦੇ ਵਿੱਚ ਮੈਂ ਨਹੀਂ ਸੀ ਹੈਗੀ ਬਿਲਕੁਲ, ਮੈਨੂੰ ਪਤਾ ਵੀ ਨਹੀਂ ਇਹਨੇ ਕੀ ਕੀਤਾ ਹੈ। ਔਰ ਅੱਧੇ ਘੰਟੇ ਬਾਅਦ ਆ ਕੇ ਮੈਨੂੰ ਅੰਦਰ ਆ ਕੇ ਉਠਾਉਂਦੀ ਹੈ ਔਰ ਕਹਿੰਦੀ ਮੰਮੀ ਹੁਣ ਮੈਂ ਜੋ ਕਰਨਾ ਸੀ ਕਰਤਾ ਹੈ। ਮੈਂ ਕਿਹਾ ਕੀ ਕੀਤਾ ਹੈ? ਮੈਨੂੰ ਨਹੀਂ ਪਤਾ। ਕਹਿੰਦੀ ਹੁਣ ਫੋਨ ਆ ਰਹੇ ਨੇ, ਹੁਣ ਸੁਣੋ ਉਹਨਾਂ ਨੂੰ। ਮੈਂ ਕੀ, ਮੈਨੂੰ ਨਹੀਂ ਪਤਾ ਇਹਨੇ ਕੀ ਟਵਿੱਟਰ ਤੇ ਪਾਇਆ ਕੀ ਨਹੀਂ ਪਾਇਆ, ਫੋਨ ਆਣੇ ਸਟਾਰਟ ਹੋ ਗਏ, ਮਲਿਕਾ ਨੂੰ ਕੀ ਹੋਇਆ, ਮਲਿਕਾ ਨੂੰ ਕੀ ਹੋਇਆ। ਕਾਰਾਂ ਵੱਲੋਂ ਤੇ ਕੋਈ ਕਮੀ ਨਹੀਂ ਹੈਗੀ ਕਿ ਇਹਨੂੰ ਪਿੱਛੇ ਧੱਕ ਦਈਏ, ਬਹਿ ਜੇ ਆਰਾਮ ਨਾਲ ਘਰ ਚੁੱਪ ਕਰਕੇ। ਸਰਕਾਰਾਂ ਵੱਲੋਂ ਤੇ ਕੀ ਕਾਰਨ ਲੱਗਦਾ? ਲੜਕੀ ਹੋਣਾ ਕਾਰਨ ਲੱਗਦਾ ਹੈ ਜਾਂ ਡੈਫ ਐਂਡ ਡੰਪ ਹੋਣਾ ਕਾਰਨ ਲੱਗਦਾ? ਮੈਂ ਤਾਂ ਕਹਿੰਦੀ ਹਾਂ ਲੜਕੀ ਵੀ ਹੋਣਾ ਇਹੀ ਹੈ, ਔਰ ਮੇਨ ਜ਼ਿਆਦਾ ਕਾਰਨ ਡੈਫ ਐਂਡ ਡੰਪ ਹੋਣਾ। ਅੱਜ ਅਸੀਂ ਪਹੁੰਚੇ ਹਾਂ ਜੀ HSN ਦੀ ਪੂਰੀ ਟੀਮ ਦੇ ਨਾਲ ਵਰਲਡ ਚੈਂਪੀਅਨ ਮਲਿਕਾ ਹਾਂਡਾ ਦੇ ਘਰ, ਤੇ ਆਓ ਮਿਲੀਏ।
HSN ਨਿਊਜ਼ ਤੁਸੀਂ ਵੇਖ ਰਹੇ ਹੋ, ਮੈਂ ਹਾਂ ਸ਼ੀਤਲ। ਕਹਿੰਦੇ ਨੇ ਕਿ ਸੁਪਨੇ ਹਰ ਕੋਈ ਵੇਖਦਾ ਹੈ, ਪਰ ਇਹਨਾਂ ਸੁਪਨਿਆਂ ਨੂੰ ਜੇਕਰ ਅਸੀਂ ਇਹ ਸੋਚੀਏ ਕਿ ਸੌਂ ਕੇ ਪੂਰੇ ਕਰ ਲਾਂਗੇ ਤਾਂ ਸ਼ਾਇਦ ਕਦੇ ਵੀ ਨਹੀਂ ਹੋਣਗੇ। ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਜਾਗਣਾ ਪੈਂਦਾ ਹੈ, ਸਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਹੈ, ਮਿਹਨਤ ਹੋਣੀ ਚਾਹੀਦੀ ਹੈ, ਤਾਂ ਫਿਰ ਜਾ ਕੇ ਸੁਪਨੇ ਜਿਹੜੇ ਨੇ ਹਮੇਸ਼ਾ ਸਾਕਾਰ ਹੁੰਦੇ ਨੇ। ਸੋ ਇਹੋ ਜਿਹੀ ਇੱਕ ਪ੍ਰੇਰਨਾ ਸਰੋਤ ਕਹਾਣੀ ਲੈ ਕੇ ਮੈਂ ਇੱਕ ਵਾਰ ਫਿਰ ਹਾਜ਼ਰ ਹੋਈ ਹਾਂ ਇਸ ਮੰਚ ਦੇ ਜ਼ਰੀਏ, ਜਿੱਥੇ ਅਸੀਂ ਤੁਹਾਨੂੰ ਮਿਲਾਵਾਂਗੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀ ਇੱਕ ਇਹੋ ਜਿਹੀ ਚੈਂਪੀਅਨ ਦੇ ਨਾਲ ਜਿਹੜੀ ਕਿ ਸ਼ਤਰੰਜ ਦੀ ਮਾਹਰ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਡੈਫ ਐਂਡ ਡੰਪ ਹੋਣ ਦੇ ਨਾਤੇ ਵੀ ਉਹ ਲੜਕੀ ਅੱਜ 27 ਸਾਲਾਂ ਦੀ ਉਮਰ ਦੇ ਵਿੱਚ ਹੋ ਕੇ 8 골ਡ ਮੈਡਲ ਔਰ ਅੰਤਰਰਾਸ਼ਟਰੀ 6 ਮੈਡਲ ਜਿਹੜੇ ਨੇ ਆਪਣੇ ਖਾਤੇ ਦੇ ਵਿੱਚ ਪਾ ਚੁੱਕੀ ਹੈ। ਆਪਣੇ ਇਲਾਕੇ ਦਾ, ਆਪਣੇ ਸ਼ਹਿਰ ਦਾ, ਆਪਣੇ ਪੰਜਾਬ ਦਾ, ਆਪਣੇ ਮੁਲਕ ਦਾ ਨਾਮ ਉਸਨੇ ਰੌਸ਼ਨ ਕੀਤਾ। ਸੋ ਜਲੰਧਰ ਸ਼ਹਿਰ ਦੀ ਇਸ ਅੰਤਰਰਾਸ਼ਟਰੀ ਵਰਲਡ ਚੈਂਪੀਅਨ ਦੇ ਨਾਲ ਅੱਜ ਮੁਲਾਕਾਤ ਕਰਾਂਗੇ, ਜਿਹਦਾ ਨਾਮ ਹੈ ਮਲਿਕਾ ਹਾਂਡਾ। ਸੋ ਆਓ ਗੱਲ ਕਰਦੇ ਹਾਂ ਮਲਿਕਾ ਹਾਂਡਾ ਦੇ ਮਦਰ ਜੀ ਦੇ ਨਾਲ, ਕਿਉਂਕਿ ਮਲਿਕਾ ਹਾਂਡਾ ਡੈਫ ਐਂਡ ਡੰਪ ਹੈ। ਗੱਲਬਾਤ ਤਾਂ ਸਾਡੇ ਨਾਲ ਨਹੀਂ ਕਰ ਪਾਏਗੀ, ਪਰ ਹਾਂ ਉਹਦੀਆਂ ਕੀ ਫੀਲਿੰਗਸ ਨੇ, ਉਹਦੀ ਮਾਂ ਸਾਡੇ ਨਾਲ ਜਿਹੜੀ ਉਹਦੀਆਂ ਫੀਲਿੰਗ ਸਾਡੇ ਨਾਲ ਦੱਸਣਗੇ, ਕਿਉਂਕਿ ਮਾਂ ਤੋਂ ਬਿਹਤਰ ਕੋਈ ਨਾ ਕੋਈ ਗੁਰੂ ਜ਼ਿੰਦਗੀ 'ਚ ਹੋਇਆ ਹੈ ਤੇ ਨਾ ਕਦੇ ਹੋਵੇਗਾ। ਸੋ ਮਲਿਕਾ ਹਾਂਡਾ ਜੀ ਦੇ ਮੰਮੀ ਜਿਹੜੇ ਨੇ ਮੇਰੇ ਕੋਲ ਨੇ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ। ਥੈਂਕ ਯੂ ਜੀ। ਹੁਣ ਰੀਸੈਂਟਲੀ ਮਲਿਕਾ ਨੇ ਜਿਹੜਾ 골ਡ ਮੈਡਲ ਲਿਆ ਗੁਜਰਾਤ ਤੋਂ, ਹੈ ਨਾ, ਤੁਸੀਂ ਕਿਹਾ ਜਿੱਤ ਕੇ ਆਈ ਹੈ। ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਜਦੋਂ ਮਲਿਕਾ ਮੈਡਲ ਗਲੇ 'ਚ ਪਾ ਕੇ ਘਰ ਆਉਂਦੀ ਹੈ? ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਐਜ਼ ਏ ਮਾਂ, ਐਜ਼ ਏ ਪੇਰੈਂਟਸ, ਕਿ ਬੱਚੇ ਨੇ ਸਾਡੇ ਪੰਜਾਬ ਦਾ ਇੱਕ ਵਾਰੀ ਹੋਰ ਨਾਮ ਰੋਸ਼ਨ ਕੀਤਾ ਹੈ। ਪੂਰੇ ਇੰਡੀਆ ਦੇ ਵਿੱਚ ਅਲੱਗ-ਅਲੱਗ ਸਟੇਟਾਂ ਤੋਂ ਲੜਕੀਆਂ ਆਈਆਂ ਹੋਈਆਂ ਸੀ ਖੇਡਣ ਲਈ, ਔਰ ਮਲਿਕਾ ਨੇ ਅੱਗੇ 7 ਵਾਰੀ ਚੈਂਪੀਅਨ ਸੀ ਤੇ ਹੁਣ 8ਵੀਂ ਵਾਰੀ 골ਡ ਮੈਡਲ ਜਦੋਂ ਲੈ ਕੇ ਆਈ ਹੈ, ਬਹੁਤ ਜ਼ਿਆਦਾ ਖੁਸ਼ੀ ਹੋਈ ਸਾਨੂੰ। ਅੱਛਾ, ਜਿੱਦਾਂ ਕਿ ਕਹਿੰਦੇ ਨਾ ਬਚਪਨ ਦੇ ਵਿੱਚ ਬੱਚਾ ਜਦੋਂ ਸਕੂਲ ਜਾਂਦਾ ਹੈ ਉਦੋਂ ਥੋੜ੍ਹਾ ਜਿਹਾ ਉਹਦੇ ਵਿੱਚ ਟੀਚਰਸ ਜਾਂ ਪੇਰੈਂਟਸ ਦੇਖਦੇ ਨੇ ਕਿ ਕੀ ਹੁਨਰ ਹੈ, ਕਿਸ ਪਾਸੇ ਜਾਏਗੀ। ਤੁਹਾਨੂੰ ਕਿੱਦਾਂ ਪਤਾ ਲੱਗਾ ਸੀਗਾ ਕਿ ਮਲਿਕਾ ਜਿਹੜੀ ਹੈ ਇਹਦਾ ਇੰਟਰਸਟ ਜਿਹੜਾ ਸ਼ਤਰੰਜ ਵਾਲਾ, ਚੈਸ ਵਿੱਚ ਹੈ? ਮਲਿਕਾ ਐਕਚੁਅਲੀ ਦੇ ਵਿੱਚ ਹਰ ਗੇਮ ਖੇਡਦੀ ਸੀ ਪਹਿਲੇ, ਕਿਉਂਕਿ ਇਨਡੋਰ ਗੇਮ, ਆਊਟਡੋਰ ਗੇਮਸ ਅਸੀਂ ਇਹਨੂੰ ਹਰ ਤਰ੍ਹਾਂ ਦੀ ਇਹਨੂੰ ਗੇਮ ਖਿਲਾਉਂਦੇ ਰਹਿੰਦੇ ਸੀ। ਈਵਨ ਦੈਨ ਡਾਂਸ ਕੰਪੀਟੀਸ਼ਨਾਂ 'ਚ ਵੀ ਜਾਂਦੀ ਸੀ, ਡਰਾਇੰਗ ਕੰਪੀਟੀਸ਼ਨਾਂ ਦੇ ਵਿੱਚ ਵੀ ਜਾਂਦੀ ਸੀ, ਜਿਸ ਤਰ੍ਹਾਂ ਆਮ ਬੱਚੇ ਜਾਂਦੇ ਹੈ। ਇੱਥੇ ਤੱਕ ਕਿ ਮਲਿਕਾ ਨੂੰ ਮਾਡਲਿੰਗ ਦਾ ਵੀ ਕਾਫੀ ਸ਼ੌਂਕ ਸੀਗਾ। ਇਹ ਮਿਸ ਪੰਜਾਬ ਵੀ ਬਣੀ ਹੋਈ ਹੈ, ਮਿਸ ਵੈਸਾਖੀ ਵੀ ਬਣੀ ਹੋਈ ਹੈ। ਅਤੇ ਪਰ ਚੈਸ ਵਾਲੇ ਪਾਸੇ ਅਸੀਂ ਸੋਚਿਆ ਹੀ ਨਹੀਂ ਸੀ ਕਿ ਮਲਿਕਾ ਇਸ ਤਰ੍ਹਾਂ ਜਾਏਗੀ, ਕਿਉਂਕਿ ਮਲਿਕਾ ਦਾ ਜ਼ਿਆਦਾ ਆਮ ਬੱਚੀਆਂ ਵਾਂਗ ਡਾਂਸ ਵੱਲ ਹੀ ਧਿਆਨ ਹੁੰਦਾ ਸੀ, ਔਰ ਮਾਡਲਿੰਗ ਜਾਂ ਮਿਸ ਇੰਡੀਆ ਬਣਨ ਵੱਲ ਧਿਆਨ ਹੁੰਦਾ ਸੀ ਮਲਿਕਾ ਦਾ। ਪਰ ਜਦੋਂ ਚੈਸ ਟੂਰਨਾਮੈਂਟ ਹੋਇਆ ਤੇ ਇਹਨੂੰ ਨੌਲੇਜ ਸੀਗੀ ਚੈਸ ਦੀ, ਜਿਸ ਤਰ੍ਹਾਂ ਕਿ ਘਰ ਦੇ ਵਿੱਚ ਖੇਡਦੇ ਸੀ ਅਸੀਂ, ਇਹਦੇ ਨਾਲ ਇਹਦਾ ਭਈਆ ਖੇਡਣਾ, ਪਾਪਾ ਨੇ ਖੇਡਣਾ, ਮੈਂ ਖੇਡਣਾ। ਅਤੇ ਜਦੋਂ ਇਹਨੇ ਸਟੇਟ ਦੇ ਵਿੱਚੋਂ ਇਹਨੇ ਪੋਜੀਸ਼ਨ ਲਈ, ਫਸਟ ਪੋਜੀਸ਼ਨ ਲਈ, ਔਰ ਨੈਸ਼ਨਲ ਦੇ ਲਈ ਸਿਲੈਕਸ਼ਨ ਹੋ ਗਈ ਇਹਦੀ ਚੇਨਈ ਜਾਣ ਦੇ ਲਈ, ਉਸ ਟਾਈਮ ਦੇ ਉੱਤੇ ਹੋਈ ਸੀ। ਔਰ ਮੇਨ ਗੱਲ ਕਿ ਅਸੀਂ ਇਹਨੂੰ ਉੱਥੇ ਖਿਡਾਉਣ ਲਈ ਲੈ ਗਏ, ਕਿਉਂਕਿ ਸਾਡੀ ਸਾਰੀ ਫੈਮਿਲੀ ਕਹਿੰਦੀ ਕਿ ਬੱਚਾ ਨੈਸ਼ਨਲੀ ਸਿਲੈਕਟ ਹੋਇਆ ਹੈ, ਬੱਚੇ ਨੂੰ ਜ਼ਰੂਰ ਲੈ ਕੇ ਜਾਣਾ ਹੈ। ਮੈਨੂੰ ਪਤਾ ਸੀ ਉਸ ਟਾਈਮ 'ਤੇ ਕਿ ਬੱਚਾ ਉਸ ਨੈਸ਼ਨਲੀ ਐਲੀਜੀਬਲ ਨਹੀਂ ਹੈਗੀ, ਕਿ ਮੰਨ ਲਓ ਇਹਨੂੰ ਉਸ ਲੈਵਲ ਦੀ ਹਲੇ ਚੈਸ ਆਉਂਦੀ ਨਹੀਂ ਗੀ ਹੈਗੀ। ਪਰ ਫਿਰ ਵੀ ਮੈਂ ਲੈ ਕੇ ਗਈ ਚੇਨਈ ਦੇ ਵਿੱਚ, ਕਾਫੀ ਦੂਰ ਸੀਗਾ ਇੱਥੋਂ, ਜਿਸ ਤਰ੍ਹਾਂ ਪੰਜਾਬ ਤੋਂ। ਪਰ ਬੱਚਾ ਜਾ ਕੇ ਉੱਥੋਂ ਜਾ ਕੇ ਉੱਧਰਲੇ ਪਲੇਅਰਸ ਤੋਂ ਬਹੁਤ ਜ਼ਿਆਦਾ ਇੰਸਪਾਇਰਡ ਹੋਇਆ। ਔਰ ਮੇਨ ਮੈਂ ਤੁਹਾਨੂੰ ਜ਼ਿਕਰ ਕਰਨਾ ਚਾਹਾਂਗੀ ਕਿ ਸ਼ੀਲਡ ਦੇਖ ਕੇ, ਜਦੋਂ ਫਸਟ ਪੋਜੀਸ਼ਨ ਕੋਈ ਹੋਰ ਲੜਕੀ ਲੈ ਰਹੀ ਸੀ ਔਰ ਉਹ ਸ਼ੀਲਡ ਜਦੋਂ ਲੈ ਰਹੀ ਸੀ, ਇਹਨੇ ਉੱਥੇ ਹੀ ਮੈਨੂੰ ਕਿਹਾ, ਮੰਮੀ ਨੈਕਸਟ ਈਅਰ ਮੈਂ ਸ਼ੀਲਡ ਲੈਣੀ ਹੈ ਵਾਲੀ। ਔਰ ਮੈਂ ਮਨ ਦੇ ਵਿੱਚ ਉਦੋਂ ਹੱਸ ਰਹੀ ਸੀ ਕਿ ਬੱਚੇ ਤੈਨੂੰ ਤਾਂ ਆਉਂਦਾ ਵੀ ਨਹੀਂ ਹਾਲੇ ਹੈਗਾ, ਅਤੇ ਅਗਲੇ ਸਾਲ ਕਿਸ ਤਰ੍ਹਾਂ ਤੂੰ ਨੈਸ਼ਨਲ ਹੈ, ਕੋਈ ਖੇਲ ਤਾਂ ਨਹੀਂ ਗੀ ਹੈਗੀ। ਪਰ ਸ਼ਾਇਦ ਇਹਨੇ ਜੋ ਉੱਥੇ ਕਿਹਾ ਸੀਗਾ, ਉਹ ਪਰਮਾਤਮਾ ਨੇ ਉਸ ਟਾਈਮ 'ਤੇ ਇਹਦੀ ਆਵਾਜ਼ ਸੁਣ ਲਈ, ਔਰ ਨੈਕਸਟ ਈਅਰ ਮਲਿਕਾ ਚੈਂਪੀਅਨ ਹੀ ਬਣੀ। ਹਾਂਜੀ, ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਇਸ ਚੀਜ਼ ਦੇ ਲਈ, ਕਿਉਂਕਿ ਜਦੋਂ ਬੱਚਾ ਇੰਨੇ ਹੱਦ ਤੱਕ ਮੁਕਾਮ ਹਾਸਲ ਕਰਦਾ ਤਾਂ ਮਾਤਾ ਪਿਤਾ ਲਈ ਬੜਾ ਮਾਣ ਹੁੰਦਾ ਹੈ। ਅੱਛਾ, ਗੱਲ ਕਰਦੇ ਹਾਂ ਸਰਕਾਰਾਂ ਦੀ, ਜਿਵੇਂ ਕਿ ਮਲਿਕਾ ਡੈਫ ਐਂਡ ਡੰਪ ਦੀ ਕੈਟਾਗਰੀ ਦੇ ਵਿੱਚ ਹੈ, ਔਰ ਸਪੋਰਟਸ ਦੇ ਵਿੱਚ ਕੀ ਇਸ ਤਰ੍ਹਾਂ ਦਾ ਕੋਟਾ ਹੈਗਾ ਜਾਂ ਇੱਦਾਂ ਦੀ ਕੋਈ ਸਰਕਾਰ ਦੀ ਪਾਲਿਸੀ ਹੈਗੀ ਹੈ ਕਿ ਮਲਿਕਾ ਨੂੰ ਕਦੇ ਕਿਸੇ ਚੀਜ਼ ਦੇ ਵਿੱਚ ਮਦਦ ਮਿਲ ਸਕੇ, ਚਾਹੇ ਖੇਲ ਵਿੱਚ ਮਿਲ ਸਕੇ ਜਾਂ ਨੌਕਰੀ ਦੇ ਪੱਖੋਂ ਮਿਲ ਸਕੇ? ਸਰਕਾਰਾਂ ਦੀ ਜੇ ਗੱਲ ਕਰੀਏ ਤਾਂ ਪਹਿਲੇ ਸਰਕਾਰ ਸੀਗੀ ਜਦੋਂ ਕਿ ਬਾਦਲ ਸਰਕਾਰ ਸੀਗੀ, ਉਦੋਂ ਵੀ ਮਲਿਕਾ ਨੇ ਮੈਡਲ ਲਿਆਂਦੇ। ਜਦੋਂ ਅਸੀਂ ਉੱਥੇ ਗਏ, ਚੰਡੀਗੜ੍ਹ ਗਏ, ਅਤੇ ਇੱਥੋਂ ਜਿਹੜੇ ਸੀਗੇ ਉਸ ਟਾਈਮ ਦੇ DC ਸਰ ਸੀ, ਉਹਨਾਂ ਨੇ ਮਲਿਕਾ ਦੇ ਨਾਮ ਕੈਸ਼ ਅਵਾਰਡ ਵੀ ਅਨਾਊਂਸ ਕੀਤਾ, ਔਰ ਇਹਦੀ ਫਾਈਲ ਉੱਥੇ ਪਹੁੰਚਾਈ ਵੀ।
ਭੇਜੀ ਵੀ, ਜੋ ਕਿ ਡਿਸਟ੍ਰਿਕਟ ਰਾਈ ਉੱਥੇ ਫਾਈਲ ਜਾਂਦੀ ਹੈ। ਔਰ ਮਲਿਕਾ ਬੜੀ ਐਕਸਾਈਟਿਡ ਸੀ ਕਿ ਚਲੋ ਮੈਂ ਅਵਾਰਡ ਜਿੱਤ ਕੇ ਲਿਆਈ ਹਾਂ ਔਰ ਚੰਡੀਗੜ੍ਹ ਮੇਰੀ ਫਾਈਲ ਗਈ। ਪਰ ਉਹ ਫਾਈਲ ਕਦੀ ਇੱਧਰ ਤੇ ਕਦੀ ਉੱਧਰ ਤੇ ਉੱਧਰ ਹੀ ਰੁਲਦੀ ਰਹੀ, ਕੋਈ ਸਿੱਟਾ ਨਹੀਂ ਹੁੰਦਾ ਨਿਕਲਿਆ। ਜਦੋਂ ਅਸੀਂ ਉੱਥੇ ਆਪ ਖੁਦ ਵੀ ਗਏ ਹਾਂ ਤੇ ਉੱਥੇ ਸਾਨੂੰ ਕੀ ਵਰਡਿੰਗ ਉੱਥੇ ਕਹਿੰਦੇ ਹੈ, ਚੈਸ ਗੇਮ ਹੈ, ਹੋਰ ਕੋਈ ਗੇਮ ਹੁੰਦੀ ਤੇ ਇਹਨੂੰ ਹੁਣੇ ਹੀ ਕੈਸ਼ ਅਵਾਰਡ ਮਿਲ ਜਾਣਾ ਸੀਗਾ। ਤੇ ਚਲੋ ਫਿਰ ਅਸੀਂ ਘਰ ਆ ਗਏ। ਫਿਰ ਅਗਲੀ ਸਰਕਾਰ ਆ ਗਈ, ਅਗਲੀ ਸਰਕਾਰ ਕੋਲ ਅਸੀਂ ਜਾਂਦੇ ਰਹੇ। ਅਕਾਲੀਆਂ ਤੋਂ ਬਾਅਦ ਕਾਂਗਰਸ ਆਈ। ਹਾਂਜੀ, ਕਾਂਗਰਸ ਸਰਕਾਰ ਆਈ। ਫਿਰ ਅਸੀਂ ਉਹਨਾਂ ਮੰਤਰੀਆਂ ਕੋਲ ਜਾਂਦੇ ਰਹੇ। ਉੱਥੇ ਉਸ ਟਾਈਮ ਦੇ ਉੱਤੇ ਰਾਣਾ ਗੁਰਮੀਤ ਸਿੰਘ ਸੋਢੀ ਸੀਗੇ ਸਪੋਰਟਸ ਮਿਨਿਸਟਰ। ਉਹਨਾਂ ਨੂੰ ਮਲਿਕਾ ਜਾ ਕੇ 4-5 ਵਾਰੀ ਮਿਲੀ ਵੀ ਹੈ। ਉਹਨਾਂ ਨੇ ਇਹਨੂੰ ਐਪਰੀਸ਼ੀਏਟ ਵੀ ਕੀਤਾ, ਇਹਦੀ ਲੈਂਗੁਏਜ ਵਿੱਚ ਵੀ, ਈਵਨ ਦੈਨ ਰਿਟਨ ਕਰਕੇ ਵੀ ਕੀਤਾ ਕਿ ਬੱਚੇ ਤੂੰ ਹੋਰ ਮੈਡਲ ਲੈ ਕੇ ਆ, ਤੇਰੇ ਲਈ ਅਸੀਂ ਬਹੁਤ ਵਧੀਆ A ਗ੍ਰੇਡ ਦੀ ਤੈਨੂੰ ਜੋਬ ਦਿਆਂਗੇ, ਪਰ ਤੂੰ ਹਲੇ +2 ਕੀਤੀ ਹੋਈ ਹੈ ਔਰ ਤੂੰ ਗ੍ਰੈਜੂਏਸ਼ਨ ਕਰ ਲੈ, ਫਿਰ ਤੈਨੂੰ ਅਸੀਂ ਬਹੁਤ ਵਧੀਆ ਦਿਆਂਗੇ ਜੋਬ A ਗ੍ਰੇਡ ਦੀ। ਔਰ ਬੱਚੇ ਨੂੰ ਸਮਝ ਲਓ ਕਿ ਇੱਕ ਝੂਠਾ ਲਾਰਾ ਹੀ ਦੇ ਦਿੱਤਾ ਉਹਨਾਂ ਨੇ। ਬਾਅਦ ਦੇ ਵਿੱਚ ਤੇ ਇਹੀ ਸਾਬਤ ਹੋਇਆ। ਹਾਂ, ਬੱਚਾ ਉੱਧਰੋਂ ਮੈਡਲ ਤੇ ਮੈਡਲ ਲਿਆਈ ਜਾ ਰਿਹਾ, ਨੈਸ਼ਨਲ, ਸਟੇਟ, ਇੰਟਰਨੈਸ਼ਨਲ ਲੈਵਲ ਦੇ ਵੀ ਮੈਡਲ ਲੈ ਕੇ ਆਇਆ ਉਹਨਾਂ ਦੀ ਸਰਕਾਰ ਦੇ ਹੁੰਦਿਆਂ। ਔਰ ਜਾ ਕੇ ਐਪਰੀਸ਼ੀਏਟ ਤੇ ਜ਼ਰੂਰ ਕਰਦੇ ਸੀ, ਪਰ ਕਹਿੰਦੇ ਨੌਕਰੀ ਦੇ ਨਾਲ ਤੈਨੂੰ ਕੈਸ਼ ਅਵਾਰਡ ਸਭ ਕੁਝ ਦਿਆਂਗੇ। ਉੱਧਰੋਂ ਮਲਿਕਾ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਲੱਗ ਪਈ। ਔਰ ਜਦੋਂ ਮਲਿਕਾ ਨੇ ਗ੍ਰੈਜੂਏਸ਼ਨ ਕੀਤੀ ਤੇ ਫਿਰ ਤੇ ਮਲਿਕਾ ਦਾ ਹੱਕ ਬਣਦਾ ਸੀ ਸਰ ਨੂੰ ਜਾ ਕੇ ਕਹਿਣਾ, ਕਿਉਂਕਿ ਜਿੱਦਾਂ ਦਾ ਵਾਅਦਾ ਉਹਨਾਂ ਨੇ ਕੀਤਾ ਸੀ, ਹੈ ਨਾ, ਬੱਚੇ ਦੇ ਅੰਦਰ ਇੱਕ ਆ ਜਾਂਦਾ ਕਿ ਮੈਂ ਉਹ ਵਾਅਦਾ ਪੂਰਾ ਕਰਾਂ। ਸੋ ਗ੍ਰੈਜੂਏਸ਼ਨ ਕੰਪਲੀਟ ਹੋ ਗਈ। ਰਾਣਾ ਸੋਢੀ ਜੀ ਦੇ ਨਾਲ ਜਦੋਂ ਤੁਹਾਡੀ ਇਹ ਵਾਰਤਾਲਾਪ ਹੋਈ ਸੀ, ਮੇਰੇ ਖਿਆਲ ਨਾਲ 2016-17 ਦਾ ਸਮਾਂ ਸੀਗਾ। ਜੀ ਹਾਂਜੀ, ਜਦੋਂ ਉੱਥੇ ਗਈ ਹੈ ਮਲਿਕਾ ਤੇ ਸਰ ਨੇ ਕਿਹਾ ਹਾਂਜੀ ਤੇਰੇ। ਫਿਰ ਹਾਰ ਕੇ ਜਦੋਂ ਮੀਡੀਆ ਦੇ ਵਿੱਚ ਵੀ ਇਹ ਗੱਲ ਫੈਲੀ ਕਿ ਸਰ ਨੇ ਆਪਣੇ ਆਪ ਹੀ 11 ਲੱਖ ਰੁਪਈਆ ਮਲਿਕਾ ਦੇ ਨਾਮ ਤੇ ਕੈਸ਼ ਅਵਾਰਡ ਅਨਾਉਂਸ ਕਰ ਦਿੱਤਾ। ਔਰ ਮਲਿਕਾ ਨੂੰ ਉੱਥੇ ਜਿਹੜੇ ਨੀਰਜ ਚੋਪੜਾ ਜਦੋਂ ਜਿੱਤ ਕੇ ਆਏ ਸੀਗੇ, ਤੁਸੀਂ ਸਾਰੇ ਜਾਣਦੇ ਹੋਵੋਗੇ, ਹਾਂਜੀ, ਉਹਦੇ ਨਾਲ ਹੀ ਚੰਡੀਗੜ੍ਹ ਬੁਲਾਇਆ ਗਿਆ ਸੀਗਾ ਕਿ ਮਲਿਕਾ ਨੂੰ ਉੱਥੇ ਉਹਦਾ ਵੈਲਕਮ ਕੀਤਾ ਜਾਏਗਾ ਔਰ ਇਹਨੂੰ 11 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਏਗਾ। ਸਵੇਰੇ ਫੋਨ ਆਉਂਦਾ ਜਿਸ ਤਰ੍ਹਾਂ ਕਿ 10-11 ਵਜੇ ਕਿ ਕੱਲ੍ਹ ਨੂੰ ਤੁਸੀਂ ਉੱਥੇ ਆਉਣਾ ਹੈਗਾ ਔਰ ਉੱਥੇ ਮਲਿਕਾ ਦਾ ਵੈਲਕਮ ਕੀਤਾ ਜਾਏਗਾ। ਤੁਸੀਂ ਮੰਨਦੇ ਹੋ ਮਲਿਕਾ ਨੇ ਆਪਣੀ ਜੋ ਵੀ ਇੰਡੀਆ ਦੀ ਯੂਨੀਫਾਰਮ ਹੈ ਉਹ ਵੀ ਕੱਢ ਲਈ ਔਰ ਮਲਿਕਾ ਦੀ ਪੂਰੀ ਤਿਆਰੀ ਸੀ। ਅਸੀਂ ਗੱਡੀ ਵੀ ਬੁੱਕ ਕਰਾ ਲਈ ਵੀ ਬੱਚੇ ਨੂੰ ਉੱਥੇ ਲੈ ਕੇ ਜਾਣਾ। ਔਰ ਦੁਪਹਿਰੇ 2 ਵਜੇ ਜਦੋਂ ਉਹਨਾਂ ਦੇ ਆਫਿਸ ਤੋਂ ਫੋਨ ਆਉਂਦਾ ਹੈ ਕਿ ਮਲਿਕਾ ਨੂੰ ਉੱਥੇ ਨਹੀਂ ਬੁਲਾਇਆ ਜਾ ਰਿਹਾ, ਫੰਕਸ਼ਨ ਤੇ ਹੈ ਪਰ ਮਲਿਕਾ ਨੂੰ ਉੱਥੇ ਨਹੀਂ ਬੁਲਾਇਆ ਜਾ ਰਿਹਾ। ਤੇ ਅਸੀਂ ਉਹਨਾਂ ਕੋਲੋਂ ਕਾਰਨ ਪੁੱਛਿਆ ਕਿ ਕੀ ਕਾਰਨ ਹੈ। ਕਹਿੰਦੇ ਜੀ ਡਿਊ ਟੂ ਕੋਵਿਡ ਜਾਂ ਕੁਛ ਵੀ ਕਹਿ ਲਓ ਤੁਸੀਂ, ਮਲਿਕਾ ਦਾ ਉੱਥੇ ਪੋਸਟਪੋਨਡ ਹੋ ਗਿਆ। ਤੁਸੀਂ ਦੇਖੋ ਬੱਚੇ ਨੂੰ ਕਿੰਨਾ ਧੱਕਾ ਵੱਜਿਆ ਹੋਏਗਾ ਉਸ ਟਾਈਮ ਦੇ ਉੱਤੇ ਕਿ ਤੁਸੀਂ ਪਹਿਲੇ ਬੁਲਾਉਂਦੇ ਹੋ ਔਰ ਉੱਥੇ ਫਿਰ ਇੱਥੇ ਤੱਕ ਕਿ ਮਲਿਕਾ ਲਈ ਕਹਿੰਦੇ ਤੁਸੀਂ ਉੱਥੇ ਰਾਤ ਰੁਕੋਗੇ। ਮੈਂ ਕਿਹਾ ਹਾਂਜੀ ਰੁਕਾਂਗੇ। ਹੋਟਲ ਵੀ ਬੁੱਕ ਕਰਵਾਤਾ, ਜੋ ਵੀ ਇਹਨਾਂ ਦਾ ਸਾਰੇ ਫਾਰਮੈਲਿਟੀਜ਼ ਹੈ, ਈਵਨ ਦੈਨ ਇਹਦੇ ਪਾਸਬੁੱਕ ਦੀ ਕਾਪੀ ਵੀ ਮੰਗਵਾ ਲਈ ਉਹਨਾਂ ਨੇ। ਔਰ ਦੁਪਹਿਰ ਨੂੰ 2 ਵਜੇ ਕਹਿੰਦੇ ਕਿ ਨਹੀਂ ਮਲਿਕਾ ਨਹੀਂ। ਜਦੋਂ ਦੂਸਰੇ ਦਿਨ ਮਲਿਕਾ ਬੈਠ ਕੇ ਦੇਖਦੀ ਰਹੀ ਆ ਔਨਲਾਈਨ ਜੋ ਵੀ ਹੋ ਰਿਹਾ ਹੈ, ਸਾਡੇ ਕੈਪਟਨ ਅਮਰਿੰਦਰ ਸਿੰਘ ਆਪ ਖਾਣਾ ਬਣਾ ਰਹੇ ਹੈ, ਨੀਰਜ ਚੋਪੜਾ ਦੇ ਮੂੰਹ ਦੇ ਵਿੱਚ ਚਮਚੇ ਪਾ ਰਹੇ ਹੈ। ਉਸ ਟਾਈਮ ਤੇ ਤੁਸੀਂ ਫੀਲ ਕਰੋ ਕਿ ਇੱਕ ਪਲੇਅਰ ਜਿਹੜਾ ਆਪਣੇ ਪੰਜਾਬ ਦਾ, ਉਹਦੇ ਮਨ ਤੇ ਕੀ ਬੀਤ ਰਹੀ ਹੋਏਗੀ ਕਿ ਮੈਨੂੰ ਵੀ ਇਹਨਾਂ ਨੇ ਬੁਲਾਇਆ ਸੀ ਉੱਥੇ, ਮੈਨੂੰ ਵੀ ਬੁਲਾਇਆ ਸੀ। ਅੱਜ ਆਪਣੀ ਧੀ ਬਗਾਨੀ ਹੋ ਗਈ ਔਰ ਬਗਾਨਾ ਪੁੱਤਰ ਅੱਜ ਆਪਣਾ ਹੋ ਗਿਆ। ਸਿਰਫ ਇੱਕ ਪੋਪੁਲੈਰਿਟੀ ਕਿ ਉਹਦੀ ਪੋਪੁਲੈਰਿਟੀ ਮੇਰੇ ਨਾਲ ਜ਼ਿਆਦਾ ਹੈ। ਬੱਚੇ ਨੇ ਬਹੁਤ ਜ਼ਿਆਦਾ ਇਸ ਗੱਲ ਨੂੰ ਮਹਿਸੂਸ ਕੀਤਾ। ਫਿਰ ਵੀ ਜਦੋਂ ਮਹਿਸੂਸ ਤਾਂ ਕੀਤਾ, ਪਰ ਸ਼ਾਇਦ ਕਹਿੰਦੇ ਨੇ ਕਿ ਜਦੋਂ ਅੰਦਰੋਂ ਹਾਂ ਨਿਕਲਦੀ ਹੈ ਨਾ ਤੇ ਉਹ ਪਰਮਾਤਮਾ ਵੀ ਸੁਣ ਲੈਂਦਾ। ਮੈਂ ਕਹਿੰਦੀ ਹਾਂ ਹਫਤੇ ਦੇ ਵਿੱਚ ਹੀ ਸਰਕਾਰ ਡਿੱਗ ਗਈ ਸੀਗੀ, ਬਿਲਕੁਲ ਹਫਤੇ ਦੇ ਵਿੱਚ ਹੀ ਸਰਕਾਰ ਥੱਲੇ ਡਿੱਗ ਗਈ ਸੀ। ਔਰ ਫਿਰ ਚੰਨੀ ਸਰਕਾਰ ਆਈ, ਫਿਰ ਚੰਨੀ ਸਰਕਾਰ ਆਈ। ਚਲੋ ਫਿਰ ਸਾਡੀ ਦੁਬਾਰਾ ਦੌੜ ਸ਼ੁਰੂ ਹੋਈ, ਫਿਰ 0 ਤੋਂ ਸਟਾਰਟ, ਅਸੀਂ ਫਿਰ 0 ਦੇ ਉੱਤੇ। ਫਿਰ ਅਸੀਂ ਚਲੋ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਜਲੰਧਰ ਦੇ ਸਪੋਰਟਸ ਮਿਨਿਸਟਰ ਬਣੇ ਨੇ ਪ੍ਰਗਟ ਸਿੰਘ ਸਰ। ਅਸੀਂ ਉਹਨਾਂ ਕੋਲ ਜਾਂਦੇ ਰਹੇ ਹਾਂ, ਮੀਡੀਆ ਵੀ ਜਾਂਦਾ ਰਿਹਾ, ਸਾਰੇ ਸਾਡੇ ਨਾਲ ਸੀਗੇ ਉੱਥੇ। ਔਰ ਪ੍ਰਗਟ ਸਿੰਘ ਸਰ ਨੇ ਵੀ ਕਹਿਣਾ ਹਾਂਜੀ ਬੇਟਾ ਮੈਨੂੰ ਤੇਰੇ ਕੇਸ ਦਾ ਪਤਾ ਹੈ, ਸਭ ਕੁਝ ਪਤਾ ਹੈ, ਤੇਰਾ ਸਭ ਕੁਝ ਕਰਾਂਗੇ ਅਸੀਂ, ਬਸ ਥੋੜ੍ਹਾ ਟਾਈਮ ਦੇ ਦਿਓ, ਥੋੜ੍ਹਾ ਟਾਈਮ ਦੇ ਦਿਓ। ਅਸੀਂ 3-4 ਵਾਰੀ ਜਾ ਕੇ ਉਹਨਾਂ ਨੂੰ ਮਿਲੇ ਵੀ ਹਾਂ। ਜਦੋਂ ਲਾਸਟ 31 ਦਸੰਬਰ ਨੂੰ ਮਲਿਕਾ ਉੱਥੇ ਗਈ ਆ ਉਹਨਾਂ ਨੂੰ ਮਿਲਣ ਲਈ, ਔਰ ਉਹਨਾਂ ਦੀ ਕੀ ਵਰਡਿੰਗ ਸੀ ਉਸ ਟਾਈਮ ਦੇ ਉੱਤੇ, ਤੁਹਾਡੇ ਲਈ ਤਾਂ ਕੋਈ ਸਾਡੇ ਕੋਲ ਪੋਲਿਸੀ ਨਹੀਂ ਹੈਗੀ ਕਿ ਮੈਂ ਕੈਸ਼ ਅਵਾਰਡ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਦਿਆਂ, ਮੈਂ ਚੈੱਕ ਬੁੱਕ ਕੋਈ ਆਪਣੀ ਜੇਬ ਦੇ ਵਿੱਚ ਲੈ ਕੇ ਬੈਠਾ ਹੋਇਆ ਵਾਂ।
ਇਹ ਵਰਡਿੰਗ ਦੱਸੋ ਤੁਸੀਂ ਇੱਕ ਸਪੋਰਟਸ ਮਿਨਿਸਟਰ ਨੂੰ ਸ਼ੋਭਾ ਦਿੰਦੀ ਹੈ? ਤੁਸੀਂ ਨਹੀਂ ਕਰਨਾ ਨਾ ਕਰੋ। ਬੱਚਾ ਕੋਈ ਭੀਖ ਮੰਗਣ ਨਹੀਂ ਕਿਸੇ ਕੋਲ ਜਾ ਰਿਹਾ, ਆਪਣੇ ਮੈਡਲਾਂ ਦਾ ਰਾਈਟ ਲੈਣ ਜਾ ਰਿਹਾ ਹੈ ਜੋ ਉਹਨੇ ਆਪਣੇ ਪੰਜਾਬ ਨੂੰ ਲਿਆ ਕੇ ਦਿੱਤੇ ਨੇ। ਇਹ ਕੀ ਵਰਡਿੰਗ, ਇੱਕ ਉਹ ਵੀ ਬੱਚੀ ਦੇ ਨਾਲ, ਇੱਕ ਧੀ ਦੇ ਨਾਲ। ਇਸ ਤਰ੍ਹਾਂ ਤੇ ਕੋਈ ਦੁਸ਼ਮਣ ਵੀ ਨਹੀਂ ਬੋਲਦਾ ਜਿਹੜੇ ਅੱਜ ਸਪੋਰਟਸ ਮਿਨਿਸਟਰ ਨੇ ਉਸ ਟਾਈਮ ਤੇ ਵਰਡ ਕਹੇ ਸੀਗੇ। ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਕਹਿੰਦੇ ਰਹੇ ਕਿ ਜੀ ਉਹਨੂੰ ਸਮਝ ਨਹੀਂ ਆਈ ਹੋਏਗੀ। ਚਲੋ ਮਲਿਕਾ ਨੂੰ ਨਹੀਂ ਸਮਝ ਆਈ ਹੋਏਗੀ, ਮੰਨ ਲਓ ਤੁਹਾਡੀ ਮਲਿਕਾ ਸੁਣ ਨਹੀਂ ਸਕਦੀ ਪਰ ਤੁਹਾਡੇ ਐਕਸਪ੍ਰੈਸ਼ਨ ਤੇ ਸਮਝ ਸਕਦੀ ਹੈ। ਉਹਦੇ ਪਾਪਾ ਤੇ ਐਜੂਕੇਟਿਡ ਹੈਗੇ ਨੇ, ਉਹਦਾ ਭਈਆ ਤੇ ਐਜੂਕੇਟਿਡ ਹੈਗਾ। ਅਨਪੜ੍ਹ ਤੇ ਨਹੀਂ ਅਸੀਂ ਹੈਗੇ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਜੋ ਵੀ ਗੱਲ ਕਹਿ ਦਿਓਗੇ ਸਾਨੂੰ ਸਮਝ ਨਹੀਂ ਆਏਗੀ ਜਾਂ ਸਾਨੂੰ ਸੁਣਦਾ ਨਹੀਂ ਗਾ ਹੈਗਾ। ਚਲੋ ਫੇਰ ਗੱਲ ਹੋ ਗਈ, ਫੇਰ ਮਲਿਕਾ ਬਹੁਤ ਜ਼ਿਆਦਾ ਡਿਪਰੈਸਡ ਹੋਈ। ਮੈਂ ਤੁਹਾਨੂੰ ਸਾਫ਼ ਗੱਲ ਦੱਸਦੀ ਹਾਂ, ਘਰ ਆਏ ਹਾਂ 31 ਦਸੰਬਰ ਸੀ, ਅਸੀਂ ਬੱਚੇ ਨੂੰ ਸਮਝ ਤੇ ਲੱਗ ਗਈ ਸੀ ਪਰ ਅਸੀਂ ਪੂਰੀ ਗੱਲ ਨਹੀਂ ਦੱਸੀ ਉਹਨੂੰ। ਮੈਂ ਕਹਿੰਦੀ ਅੱਜ ਨਵਾਂ ਸਾਲ ਹੈ, ਬੱਚੇ ਨੂੰ ਵੀ ਆਪਣਾ ਵੀ ਮਨ ਖਰਾਬ ਤੇ ਸੀਗਾ ਵਿੱਚੋਂ, ਪਰ ਫਿਰ ਵੀ ਬੱਚੀ ਦਾ ਕਿਉਂ ਮਨ ਖਰਾਬ ਕਰਨਾ। ਅਸੀਂ ਠੀਕ ਹੈ ਭਈਆ ਨੇ ਇਹਨੂੰ ਪਿਆਰ ਪਿਉਰ ਕੀਤਾ, ਰਾਤ ਨੂੰ ਵੀ ਜੋ ਵੀ ਹੈ। ਸਵੇਰੇ ਉੱਠੇ ਉਹ ਆਪਣੇ ਆਫਿਸ ਚਲ ਗਏ ਅਤੇ ਇਹ ਮੈਨੂੰ ਪੁੱਛਦੀ ਮੰਮੀ ਮੈਨੂੰ ਸੱਚੀ ਸੱਚੀ ਗੱਲ ਦੱਸੋ ਹੋਈ ਕੀ ਸੀ। ਕਹਿੰਦੀ ਮੈਨੂੰ ਥੋੜ੍ਹਾ ਤਾਂ ਪਤਾ ਹੈ ਕਿ ਉਹਨੇ ਪ੍ਰੋਬਲਮ ਉਹਨੇ ਉੱਕਾ ਇਸ ਤਰ੍ਹਾਂ ਕਰਕੇ ਕਿਹਾ ਹੈ ਪਰ ਮੈਨੂੰ ਦੱਸੋ। ਮੈਂ ਕਿਹਾ ਇਸ ਤਰ੍ਹਾਂ ਬਸ ਹੁਣ ਗੇਮ ਫਿਨਿਸ਼, ਸਭ ਕੁਝ ਖਤਮ। ਮੈਂ ਸਾਫ਼ ਹੀ ਇਸ ਤਰ੍ਹਾਂ ਹੀ ਕਿਹਾ ਸੀ, ਬਸ ਹੁਣ ਅਸੀਂ ਤੇਰਾ ਹੁਣ ਵਿਆਹ ਕਰ ਦੇਣਾ, ਹੋਰ ਕੋਈ ਨਹੀਂ। ਕਹਿੰਦੀ ਕਿਉਂ, ਕੀ ਗੱਲ ਹੈ? ਮੈਂ ਕਿਹਾ ਨਹੀਂ ਹੁਣ ਤੈਨੂੰ ਕੋਈ ਰਾਈਟ ਨਹੀਂ ਮਿਲਣਾ, ਤੇਰੇ ਮੈਡਲਾਂ ਦਾ ਕੋਈ ਨਹੀਂ ਹੈਗਾ, ਕੁਛ ਨਹੀਂ ਹੈਗਾ। ਕਹਿੰਦੀ ਅੱਛਾ ਠੀਕ ਹੈ। ਮੈਂ ਕਿਹਾ ਅੱਛਾ ਜਾ ਹੁਣ ਮੈਂ ਵੀ ਪਰੇਸ਼ਾਨ ਹਾਂ ਅਤੇ ਮੈਨੂੰ ਥੋੜ੍ਹਾ ਜਿਹਾ ਰੈਸਟ ਕਰਨ ਦੇ। ਤੁਸੀਂ ਮੰਨਦੇ ਹੋ ਬੱਚੀ ਨੇ ਮੈਨੂੰ ਇਹ ਵਰਡਿੰਗ ਕਹੀ, ਕਹਿੰਦੀ ਹੁਣ ਮੰਮੀ ਪਾਪਾ ਨੇ ਵੀ ਸਾਥ ਛੱਡਤਾ ਮੇਰਾ। ਮੈਂ ਕਿਹਾ ਬੇਟੇ ਅਸੀਂ ਹੁਣ ਕਿੰਨਾ ਕੁ ਤੇਰੇ ਨਾਲ ਜਾ ਸਕਦੇ ਹਾਂ। ਅਤੇ ਨਾਲ ਹੀ ਮੈਂ ਅੰਦਰ ਹੀ ਹਾਂ ਅਤੇ ਇਹ ਬਾਹਰ ਆਈ। ਇਹਨੂੰ ਬਹੁਤ ਜ਼ਿਆਦਾ ਉਸ ਟਾਈਮ ਦੇ ਉੱਤੇ ਫੀਲ ਹੋਇਆ। ਇਹਨੇ ਉਸੇ ਟਾਈਮ 'ਤੇ ਸ਼ਾਇਦ ਇਹਨੂੰ ਪਤਾ ਨਹੀਂ ਕੀ ਫੀਲਿੰਗ ਆਈ ਕੀ ਨਹੀਂ ਆਈ, ਆਪਣੇ ਮੈਡਲ ਚੁੱਕ ਕੇ ਇਹਨੇ ਖੜਕਾਏ ਔਰ ਜੋ ਵੀ ਇਹਨੇ ਮੀਡੀਆ ਦੇ ਉੱਤੇ ਪਾਇਆ ਆਪਣੀ ਲੈਂਗੁਏਜ ਦੇ ਵਿੱਚ ਮੈਂ ਨਹੀਂ ਸੀ ਹੈਗੀ ਬਿਲਕੁਲ, ਮੈਨੂੰ ਪਤਾ ਵੀ ਨਹੀਂ ਇਹਨੇ ਕੀ ਕੀਤਾ। ਔਰ ਅੱਧੇ ਘੰਟੇ ਬਾਅਦ ਆ ਕੇ ਮੈਨੂੰ ਅੰਦਰ ਆ ਕੇ ਉਠਾਉਂਦੀ ਹੈ ਔਰ ਕਹਿੰਦੀ ਮੰਮੀ ਹੁਣ ਮੈਂ ਜੋ ਕਰਨਾ ਸੀ ਕਰਤਾ ਹੈ। ਮੈਂ ਕਿਹਾ ਕੀ ਕੀਤਾ? ਮੈਨੂੰ ਨਹੀਂ ਪਤਾ। ਕਹਿੰਦੀ ਹੁਣ ਫੋਨ ਆ ਰਹੇ ਨੇ, ਹੁਣ ਸੁਣੋ ਉਹਨਾਂ ਨੂੰ। ਮੈਂ ਕੀ, ਮੈਨੂੰ ਨਹੀਂ ਪਤਾ ਇਹਨੇ ਕੀ ਟਵਿੱਟਰ 'ਤੇ ਪਾਇਆ ਕੀ ਨਹੀਂ ਪਾਇਆ। ਫੋਨ ਆਣੇ ਸਟਾਰਟ ਹੋ ਗਏ, ਮਲਿਕਾ ਨੂੰ ਕੀ ਹੋਇਆ, ਮਲਿਕਾ ਨੂੰ ਕੀ ਹੋਇਆ, ਸਭ ਪੁੱਛਣਾ ਸਟਾਰਟ ਹੋ ਗਏ ਕਿਉਂਕਿ ਮੀਡੀਆ ਇਹਦੇ ਨਾਲ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਅਟੈਚ ਹੈ ਔਰ ਪਰਸਨਲੀ ਕੀ ਉਹਨਾਂ ਨੂੰ ਮੇਨ ਬਾਏ ਹਾਰਟ ਬਹੁਤ ਜੁੜਿਆ ਹੋਇਆ ਕਿ ਇਹ ਬੱਚਾ ਇੰਨੇ ਸਾਲਾਂ ਤੋਂ ਮਿਹਨਤ ਕਰ ਰਿਹਾ ਔਰ ਸਰਕਾਰਾਂ ਇਹਨੂੰ ਪਿੱਛੇ ਤੱਕ ਰਹੀਆਂ ਨੇ। ਬਿਲਕੁਲ ਸਰਕਾਰਾਂ ਵੱਲੋਂ ਤਾਂ ਕੋਈ ਕਮੀ ਨਹੀਂ ਹੈਗੀ ਕਿ ਇਹਨੂੰ ਪਿੱਛੇ ਧੱਕ ਦਈਏ, ਬਹਿ ਜਾਏ ਆਰਾਮ ਨਾਲ ਘਰ ਚੁੱਪ ਕਰਕੇ। ਸਰਕਾਰਾਂ ਵੱਲੋਂ ਤੇ ਕੀ ਕਾਰਨ ਲੱਗਦਾ? ਲੜਕੀ ਹੋਣਾ ਕਾਰਨ ਲੱਗਦਾ ਹੈ ਜਾਂ ਡੈਫ ਐਂਡ ਡੰਪ ਹੋਣਾ ਕਾਰਨ ਲੱਗਦਾ? ਮੈਂ ਤਾਂ ਕਹਿੰਦੀ ਹਾਂ ਲੜਕੀ ਵੀ ਹੋਣਾ ਇਹੀ ਹੈ ਔਰ ਮੇਨ ਜ਼ਿਆਦਾ ਕਾਰਨ ਡੈਫ ਐਂਡ ਡੰਪ ਹੋਣਾ ਹੈ ਕਿਉਂਕਿ ਉਹ ਖੁਦ ਨਹੀਂ ਬੋਲ ਸਕਦੀ। ਮੈਂ ਇਹੀ ਸਰਕਾਰਾਂ ਨੂੰ ਕਹਿੰਦੀ ਮੈਡਲ ਤੇ ਬੋਲ ਰਹੇ ਨੇ ਨਾ। ਕੀ ਤੁਸੀਂ ਚਾਹੁੰਦੇ ਹੋ ਬੱਚਾ ਗੇਮ ਛੱਡ ਕੇ ਬੈਠ ਜਾਵੇ? ਤੁਸੀਂ ਕੀ ਚਾਹੁੰਦੇ ਹੋ ਜਿਸ ਤਰ੍ਹਾਂ ਹੋਰ ਪੰਜਾਬ ਸਾਰਾ ਨਸ਼ਿਆਂ ਵੱਲ ਜਾ ਰਿਹਾ ਹੈ, ਲੜਕੀਆਂ ਤੱਕ ਮੈਂ ਸੁਣਿਆ ਹੈਗਾ ਇਸ ਤਰ੍ਹਾਂ ਹੈਗੀਆਂ ਨੇ ਡਿਪਰੈਸ਼ਨ 'ਚ ਜਾ ਕੇ ਇੱਧਰ ਜਾ ਰਹੀਆਂ। ਕੀ ਤੁਸੀਂ ਕਹਿੰਦੇ ਹੋ ਇੱਕ ਚੈਸ ਪਲੇਅਰ ਹੋ ਕੇ ਇਸ ਤਰ੍ਹਾਂ ਬੈਠ, ਵਰਲਡ ਚੈਂਪੀਅਨ ਦੀ ਚੈਸ ਪਲੇਅਰ, ਵਰਲਡ ਚੈਂਪੀਅਨ। ਸਰਕਾਰਾਂ ਦਾ ਤਾਂ ਇਹੀ ਹੈ, ਮੈਂ ਤਾਂ ਇਹੀ ਕਹਿ ਰਹੀ ਹਾਂ ਕਿਉਂਕਿ ਮੈਨੂੰ ਹੁਣ ਇੱਥੇ ਤੱਕ ਇਹੀ ਸਮਝ ਆ ਰਿਹਾ ਕਿ ਜਿਹੜੇ ਦੂਸਰੇ ਪਲੇਅਰਸ ਹੈ ਮੰਨ ਲਓ ਉਹਨਾਂ ਨੂੰ ਸਰਕਾਰਾਂ ਨਹੀਂ ਦਿੰਦੀਆਂ, ਕੁਛ ਵੀ ਉਹਨਾਂ ਦਾ ਰਾਈਟ ਨਹੀਂ ਦਿੰਦੀਆਂ, ਜਾਂ ਮੰਨ ਲਓ ਸਟੇਟ 'ਚੋਂ ਮੈਡਲ ਆਉਂਦਾ ਜਾਂ ਨੈਸ਼ਨਲ 'ਚੋਂ ਮੈਡਲ ਆਉਂਦਾ ਅਤੇ ਬੱਚੇ ਹੋਪ ਛੱਡ ਦਿੰਦੇ ਨੇ। ਮੈਂ ਸਿਰਫ ਇੱਕੋ ਹੀ ਗੱਲ ਕਹਿੰਦੀ, ਇਹ ਚੈਸ ਗੇਮ ਹੈ, ਇਹ ਮਾਈਂਡ ਨੂੰ ਕੰਸਨਟਰੇਟ ਕਰਦੀ ਹੈ ਤਾਂ ਜੋ ਅੱਜ ਤੱਕ ਇਹ ਬੱਚੇ ਨੇ ਕੋਈ ਗਲਤ ਕਦਮ ਨਹੀਂ ਚੁੱਕਿਆ। ਅਦਰਵਾਈਜ਼ ਕੋਈ ਹੋਰ ਬੱਚਾ ਹੁੰਦਾ ਤੇ ਪਤਾ ਨਹੀਂ ਕੀ ਹੋ ਜਾਂਦਾ ਸਕਦਾ ਸੀ। ਬਿਲਕੁਲ ਤੁਹਾਡਾ ਹੌਸਲਾ, ਤੁਹਾਡਾ ਜਜ਼ਬਾ ਸਾਨੂੰ ਦਿਖਾਈ ਦੇ ਰਿਹਾ ਔਰ ਇੱਕ ਮਾਂ ਦਾ ਦਰਦ ਜਿਹੜਾ ਹੈ ਉਹ ਵੀ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਬੱਚੇ ਨੂੰ ਇਸ ਤਰ੍ਹਾਂ ਪਿੱਛੇ ਧੱਕਿਆ ਜਾਂਦਾ ਔਰ ਉਸ ਬੱਚੇ ਨੂੰ ਜਿਹਦੇ ਵਿੱਚ ਸੱਚ ਦੇ ਵਿੱਚ ਬਹੁਤ ਹੁਨਰ ਹੈ ਤੇ ਮਾਤਾ ਪਿਤਾ ਤੇ ਕੀ ਬੀਤਦੀ ਹੈ, ਬੱਚੀ ਦੇ ਉੱਤੇ ਕੀ ਬੀਤਦੀ ਹੈ, ਇਹਦਾ ਤਾਂ ਸ਼ਾਇਦ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਪਰ ਜਦੋਂ ਅਸੀਂ ਪਰਮਾਤਮਾ ਦੇ ਵੱਲੋਂ ਧਰਤੀ ਤੇ ਕੁਝ ਇਸ ਤਰੀਕੇ ਦੇ ਨਾਲ ਆਉਂਦੇ ਹਾਂ ਕਿ ਜਦੋਂ ਸਾਡੇ 'ਚ ਪਰਮਾਤਮਾ ਨੇ ਕੋਈ ਕਮੀ ਛੱਡੀ ਹੁੰਦੀ ਹੈ ਪਰ ਫਿਰ ਵੀ ਸਾਡੇ 'ਚ ਹੁਨਰ ਦੇ ਕੇ ਭੇਜਿਆ ਹੁੰਦਾ ਤੇ ਸਮਾਜ ਸਾਡੀ ਮਦਦ ਨਾ ਕਰੇ, ਸਾਡੇ ਸਮਾਜ ਦੇ ਨੁਮਾਇੰਦੇ ਸਾਡੀ ਮਦਦ ਨਾ ਕਰਨ ਤਾਂ ਫਿਰ ਉਸ ਵੇਲੇ ਹਾਲਾਤ ਕੀ ਹੁੰਦੇ ਨੇ। ਪਰ ਖੈਰ ਖੁਸ਼ੀ ਦੀ ਗੱਲ ਇਹ ਹੈ ਕਿ ਇੱਕ ਵਾਰ ਫਿਰ ਤੋਂ ਮਲਿਕਾ ਜਿਹੜੀ ਹੈ ਉਸਨੇ ਹੌਸਲਾ ਜਿਹੜਾ ਨਹੀਂ ਛੱਡਿਆ ਔਰ ਇਸ ਵਾਰ ਫਿਰ ਜਿਹੜਾ 8ਵਾਂ 골ਡ ਮੈਡਲ ਲੈ ਕੇ ਸਾਡੇ ਲਈ ਆਈ ਹੈ। ਮਲਿਕਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਮਲਿਕਾ, ਮੈਂ ਇਹ ਪੁੱਛਣਾ ਚਾਹਨੀ ਆ ਮਲਿਕਾ ਨੂੰ ਕਿ ਜਦੋਂ ਹੁਣ ਇੱਕ ਵਾਰ ਫਿਰ ਤੋਂ ਤੁਸੀਂ ਇਸ ਜੰਗ ਦੇ ਵਿੱਚ ਖੜੇ ਹੋਏ ਹੋ ਔਰ ਫਿਰ ਤੋਂ ਮੈਡਲ ਲੈ ਕੇ ਆਏ ਹੋ, ਕੀ ਲੱਗਦਾ ਹੈ ਕਿ ਜਿੱਤ ਜਿਹੜੀ ਹੈ ਹਾਸਲ ਕਰ ਲਏਗੀ ਕਿ ਨਾ ਇੱਕ ਦਿਨ? ਮਲਿਕਾ ਇਹ ਕਹਿ ਰਹੀ ਹੈ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੈਂ ਗੁਜਰਾਤ ਦੇ ਵਿੱਚੋਂ 골ਡ ਮੈਡਲ ਫੇਰ ਲੈ ਕੇ ਆਈ ਹਾਂ ਆਪਣੇ ਪੰਜਾਬ ਦੇ ਲਈ, ਕਿਉਂਕਿ ਇਹ ਮੇਰਾ 8ਵਾਂ 골ਡ ਮੈਡਲ ਹੈ ਨੈਸ਼ਨਲ ਦੇ ਵਿੱਚ। ਔਰ ਮੈਨੂੰ ਜਿਸ ਤਰ੍ਹਾਂ ਕਿ ਆਮ ਆਦਮੀ ਸਰਕਾਰ ਦੀ ਪਾਰਟੀ ਨੇ, ਜਿਹੜੇ ਭਗਵੰਤ ਸਿੰਘ ਮਾਨ ਸਰ ਹੈ, ਉਹਨਾਂ ਨੇ ਫੋਨ ਦੇ ਉੱਤੇ ਵਾਅਦਾ ਵੀ ਕੀਤਾ ਸੀਗਾ ਕਿ ਮਲਿਕਾ ਤੇਰਾ ਜੋ ਵੀ, ਜਦੋਂ ਅਸੀਂ ਸਾਡੀ ਪਾਰਟੀ ਆਏਗੀ ਔਰ ਅਸੀਂ ਤੇਰਾ ਜੋ ਵੀ ਬੰਦਾ ਹੋਇਆ ਮਾਨ ਸਨਮਾਨ ਤੈਨੂੰ ਦਿਆਂਗੇ। ਕਿਉਂਕਿ ਕੇਜਰੀਵਾਲ ਸਰ ਨੇ ਆਪਣੀ ਮੈਡਮ ਇੱਕ ਦਿੱਲੀ ਤੋਂ ਅਭਿਨੰਦਤਾ ਦਾਸ ਇੱਥੇ ਭੇਜੇ ਸੀ ਸਾਡੇ ਘਰ, ਔਰ ਉਹਨਾਂ ਨੇ ਇਹ ਗੱਲ ਵਰਡਿੰਗ ਮਲਿਕਾ ਨੂੰ ਜ਼ਰੂਰ ਕਹੀ ਸੀ ਕਿ ਸਰਕਾਰਾਂ ਕਹਿ ਰਹੀਆਂ ਨੇ ਕਿ ਤੁਹਾਡੇ ਲਈ ਕੋਈ ਸਾਡੇ ਲਈ ਪਾਲਿਸੀ ਨਹੀਂ। ਕਹਿੰਦੇ ਪਾਲਿਸੀਆਂ ਇਹਨਾਂ ਬੱਚਿਆਂ ਨੂੰ ਦੇਖ ਕੇ ਬਣਾਈਆਂ ਜਾਂਦੀਆਂ ਨੇ, ਪਾਲਿਸੀਆਂ ਇੱਕ ਮਿੰਟ ਨਹੀਂ ਲੱਗਦਾ ਜੇ ਬਣਾਉਣੀ ਚਾਹੁੰਦੀ ਹੋਵੇ ਸਰਕਾਰ। ਔਰ ਮੈਡਮ ਨੇ ਇਹੀ ਗੱਲ ਕਹੀ ਕਿ ਇਹਨਾਂ ਬੱਚਿਆਂ ਨੂੰ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ ਗੀ ਹੈਗੀ, ਸਾਨੂੰ ਇਹਨਾਂ ਬੱਚਿਆਂ ਦੀ ਜ਼ਰੂਰਤ ਹੈ, ਅਸੀਂ ਸਰਕਾਰਾਂ ਇਹਨਾਂ ਦੇ ਕੋਲ ਆਉਣਗੀਆਂ। ਇਹ ਉਹਨਾਂ ਨੇ ਵਰਡਿੰਗ ਉਸ ਟਾਈਮ 'ਤੇ ਕਹੀ ਸੀਗੀ। ਹੁਣ ਵੀ ਮੈਡਮ ਦੇ ਨਾਲ ਸਾਡਾ ਫੋਨ ਦੇ ਉੱਤੇ ਗੱਲਬਾਤ ਹੁੰਦੀ ਰਹਿੰਦੀ ਹੈ ਔਰ ਜਲਦੀ ਸਰ ਦੇ ਨਾਲ ਤੁਹਾਨੂੰ ਮੀਟਿੰਗ ਹੋਏਗੀ ਔਰ ਗੁੱਡ ਨਿਊਜ਼ ਮਿਲੇਗੀ। ਪਰ ਮਲਿਕਾ ਇਹੀ ਕਹਿ ਰਹੀ ਹੈ ਕਿ ਬਟ ਹੱਲੇ ਵੀ ਮੈਨੂੰ ਵੇਟ ਕਰਦਿਆਂ 4 ਮਹੀਨੇ ਹੋ ਗਏ। ਸੋ ਮਾਨ ਸਰਕਾਰ ਬਣੀ ਨੂੰ ਵੀ 4 ਮਹੀਨੇ ਹੋ ਗਏ। ਅੱਛਾ ਮਲਿਕਾ, ਨਾ ਦੂਜਾ ਸਵਾਲ ਮੇਰਾ, ਮਾਨ ਸਰਕਾਰ ਨੂੰ 3-4 ਮਹੀਨੇ ਆਪਾਂ ਗੱਲ ਕਰ ਰਹੇ ਹੋ ਗਏ ਆ, ਪਹਿਲਾਂ ਦੀਆਂ ਸਰਕਾਰਾਂ ਤੇ ਹੁਣ ਵਾਲੀ ਸਰਕਾਰ 'ਚ ਕੋਈ ਫਰਕ ਤੁਹਾਨੂੰ ਲੱਗਦਾ ਹੈ? ਉਮੀਦ ਹੈ ਮਾਨ ਸਰਕਾਰ ਵੱਲੋਂ, ਜਾਂ ਜਦੋਂ ਹੁਣ ਵੀ ਇਹ 골ਡ ਮੈਡਲ ਲੈ ਕੇ ਆਈ ਹੈ, ਆਮ ਆਦਮੀ ਪਾਰਟੀ ਦੇ ਕਿਸੇ ਵਿਅਕਤੀ ਨੇ ਆ ਕੇ ਤੁਹਾਨੂੰ ਵਧਾਈ ਦਿੱਤੀ ਹੈ ਜਾਂ ਹੌਸਲਾ ਅਫਜ਼ਾਈ ਕੀਤੀ ਹੈ? ਕਿ ਮੈਨੂੰ ਹਾਲੇ ਤੱਕ ਕਿਸੇ ਨੇ ਨਹੀਂ ਕਾਂਗਰੈਟਸ ਕੀਤੇ, ਸਿਰਫ ਜਿਹੜੇ ਮੈਡਮ ਅਭਿਨੰਦਤਾ ਦਾਸ ਆਏ ਸੀ ਉਹਨਾਂ ਨੇ ਮੈਨੂੰ ਕਾਂਗਰੈਟਸ ਕੀਤੀ ਹੈ। ਹਾਂਜੀ। ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਤੁਹਾਡੀ ਕੋਸ਼ਿਸ਼ ਹੈ ਕਿ ਤੁਸੀਂ ਸਿੱਧੀ ਗੱਲ ਕਰ ਸਕੋ? ਹਾਂਜੀ ਜ਼ਰੂਰ ਜੀ, ਸਾਡੀ ਕੋਸ਼ਿਸ਼ ਤੇ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਹੋ, ਕੀ ਕਹਿਣਾ ਕੀ ਚਾਹੁੰਦੇ ਹੋ ਉਹਨਾਂ ਨੂੰ? ਕਹਿਣਾ ਇਹੀ ਚਾਹੁੰਦੇ ਹਾਂ ਕਿ ਮਲਿਕਾ ਇਹੀ ਕਹਿਣਾ ਚਾਹੁੰਦੀ ਹੈ ਮਾਨ ਸਰ ਨੂੰ ਕਿ ਸਰ ਅੱਗੇ ਤੇ ਮੈਂ ਦੋਨੇ ਸਰਕਾਰਾਂ ਦੇਖ ਲਈਆਂ ਨੇ ਔਰ ਸਾਡੇ ਵਰਗੀਆਂ ਬੱਚਿਆਂ ਨੂੰ ਤੁਹਾਡੇ ਉੱਤੇ ਬਹੁਤ ਜ਼ਿਆਦਾ ਹੋਪ ਸੀਗੀ, ਕਿਉਂਕਿ ਸਭ ਬੱਚੇ ਉਸ ਟਾਈਮ ਦੇ ਉੱਤੇ ਜਦੋਂ ਵੋਟਾਂ ਸੀਗੀਆਂ ਸਾਰੇ ਬੱਚੇ ਕਹਿੰਦੇ ਸੀ ਕਿ ਅਸੀਂ ਕੇਜਰੀਵਾਲ ਸਰ ਨੂੰ, ਭਗਵੰਤ ਮਾਨ ਸਰ ਨੂੰ ਵੋਟ ਦੇਣੀ ਹੈ ਔਰ ਅਸੀਂ ਸਭ ਨੇ ਉਹ ਕਰ ਵੀ ਦਿਖਾਇਆ। ਹੁਣ ਮੌਕਾ ਹੈ ਤੁਹਾਡਾ, ਹੁਣ ਮੌਕਾ ਤੁਹਾਡਾ ਹੈ ਕਿ ਤੁਸੀਂ ਸਾਡੇ ਵਰਗੇ ਬੱਚਿਆਂ ਲਈ ਕੀ ਸੋਚਦੇ ਹੋ ਔਰ ਸਾਡੇ ਲਈ ਕੀ ਪਾਲਿਸੀਆਂ ਬਣਦੀਆਂ ਨੇ ਔਰ ਕੀ ਬਣਦਾ ਹੈ। ਪਰ ਕਹਿੰਦੀ ਮੈਨੂੰ ਤੁਹਾਡੇ ਉੱਤੇ ਇਹੀ ਮਾਣ ਹੈ ਕਿ ਸਾਨੂੰ ਵੀ ਇਕੁਐਲਿਟੀ ਦਾ ਰਾਈਟ ਮਿਲੇਗਾ, ਕਿਉਂਕਿ ਜਿਸ ਤਰ੍ਹਾਂ ਕਿ ਸੈਂਟਰ ਦੇ ਵਿੱਚ ਮੋਦੀ ਸਰ ਨੇ ਸਭ ਨੂੰ ਇਕੁਐਲਿਟੀ ਦਾ ਰਾਈਟ ਦਿੱਤਾ ਹੋਇਆ ਹੈ ਕਿ ਉਹਨਾਂ ਨੇ ਸਾਨੂੰ ਇੱਕ ਦਿਵਿਆਂਗ ਵਰਡ ਦੇ ਦਿੱਤਾ ਹੋਇਆ ਹੈ ਕਿ ਅਸੀਂ ਦਿਵਿਆਂਗ ਹਾਂ, ਨਾ ਕੋਈ ਪੈਰਾ ਹੈ, ਨਾ ਕੋਈ ਬਲਾਈਂਡ ਹੈ, ਨਾ ਕੋਈ ਡੈਫ ਐਂਡ ਡੰਬ ਹੈ। ਉਸ ਤਰ੍ਹਾਂ ਦੀ ਹੀ ਮੈਂ ਪਾਲਿਸੀ ਚਾਹੁੰਦੀ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਲਾਗੂ ਹੋਵੇ, ਤਾਂ ਜੋ ਕਿ ਸਾਨੂੰ ਆਪਣੇ ਵਿੱਚ ਜਿਹੜੀ ਕਮੀ ਹੈ ਉਹ ਕਦੀ ਨਜ਼ਰ ਨਾ ਆਵੇ। ਕਿਉਂਕਿ ਸਾਨੂੰ ਇਕੁਐਲਿਟੀ ਦਾ ਜਦੋਂ ਮਿਲ ਜਾਏਗਾ ਕਿ ਅਸੀਂ ਵੀ ਨੋਰਮਲ ਦੇ ਬਰਾਬਰ ਹਾਂ, ਤੇ ਸਾਨੂੰ ਆਪਣੀ ਕਮੀ ਕਦੀ ਵੀ ਨਹੀਂ ਨਜ਼ਰ ਆਏਗੀ। ਔਰ ਮੈਨੂੰ ਜੋ ਵੀ ਮੇਰੇ ਮੈਡਲਾਂ ਦੇ ਅਕੋਰਡਿੰਗ ਜੋ ਵੀ ਮੇਰਾ ਬੰਦਾ ਹੋਇਆ ਮਾਨ ਸਨਮਾਨ ਹੈ, ਜੋ ਵੀ ਮੇਰਾ ਕੈਸ਼ ਪ੍ਰਾਈਜ਼ ਹੈ ਜਾਂ ਜੋ ਮੇਰੀ ਜੋਬ ਬਣਦੀ ਹੈ, ਉਹ ਮੈਨੂੰ ਪਲੀਜ਼ ਦਿੱਤੀ ਜਾਵੇ, ਤਾਂ ਜੋ ਮੇਰੇ ਵਰਗੀਆਂ ਬੱਚੀਆਂ ਹੋਰ ਅੱਗੇ ਆ ਕੇ ਵੱਧ ਚੜ੍ਹ ਕੇ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰਨ। ਕਿਉਂਕਿ ਅੱਜ ਮੈਂ ਇਕੱਲੀ ਪੰਜਾਬ ਦੀ ਧੀ ਜਾ ਕੇ ਉੱਥੇ ਜਾ ਕੇ ਨੈਸ਼ਨਲ 'ਚ ਔਰ ਇੰਟਰਨੈਸ਼ਨਲ 'ਚ ਜਾ ਕੇ ਮੱਲਾਂ ਮਾਰਦੀ ਹਾਂ। ਹਾਲਾਂਕਿ ਜੂਨੀਅਰ ਕੈਟਾਗਰੀ ਵੀ ਹੁੰਦੀ, ਸਭ ਹੁੰਦੀਆਂ। ਮੇਰੀ ਇਹੀ ਇੱਛਾ ਹੈ ਕਿ ਮਾਨ ਸਰ ਸਾਡੇ ਵਰਗੀਆਂ ਬੱਚੀਆਂ ਨੂੰ ਅੱਗੇ ਵਧਾਉਣ, ਤਾਂ ਜੋ ਮੇਰੇ ਵਰਗੀਆਂ ਹੋਰ ਕੁੜੀਆਂ ਅੱਗੇ ਜਾ ਕੇ ਮੈਡਲ ਤੇ ਮੈਡਲ ਲੈ ਕੇ ਆਉਣ ਆਪਣੀ ਪੰਜਾਬ ਸਰਕਾਰ ਲਈ। ਸੋ ਇਹ ਸੀ ਮਲਿਕਾ ਹਾਂਡਾ ਦੀ ਆਵਾਜ਼, ਜਿਹੜੀ ਕਿ ਉਹਨਾਂ ਦੀ ਮਾਂ ਦੀ ਜ਼ੁਬਾਨੀ ਅਸੀਂ ਸੁਣੀ ਕਿ ਮਲਿਕਾ ਹਾਂਡਾ ਕੀ ਚਾਹੁੰਦੀ ਹੈ ਸਰਕਾਰਾਂ ਤੋਂ। ਅਸੀਂ ਅਕਸਰ ਕਹਿੰਦੇ ਆ ਕਿ ਜਿਹੜੇ ਸਪੈਸ਼ਲ ਬੱਚੇ ਹੁੰਦੇ ਨੇ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਟ੍ਰੇਨਿੰਗ ਦਿੱਤੀ ਜਾਏ ਤਾਂ ਕਿ ਉਹ ਆਪਣਾ ਰੋਜ਼ਗਾਰ ਪਾਲ ਸਕਣ, ਪਰ ਜੇਕਰ ਉਹਨਾਂ ਦੇ ਵਿੱਚ ਰੱਬ ਵੱਲੋਂ ਹੁਨਰ ਹੈਗਾ ਤਾਂ ਫਿਰ ਕਿਉਂ ਅਸੀਂ ਉਹਨਾਂ ਨੂੰ ਪਿੱਛੇ ਛੱਡ ਦਿੰਦੇ ਹਾਂ। ਇਹ ਸਾਡੇ ਸਰਕਾਰ ਦੀਆਂ ਕੁਝ ਕਮਜ਼ੋਰੀਆਂ ਨੇ, ਪਰ ਇਹਨਾਂ ਕਮਜ਼ੋਰੀਆਂ ਨੂੰ ਦੂਰ ਹਟਾ ਕੇ ਹੀ ਇਹਨਾਂ ਦੀ ਕੁਝ ਕਰਨਾ ਜ਼ਰੂਰੀ ਬਣਦਾ ਹੈ। ਸੋ ਇਹ ਸੀ ਮਲਿਕਾ ਹਾਂਡਾ ਦੀ
ਇੱਕ ਇਹੋ ਜਿਹੀ ਪ੍ਰੇਰਨਾ ਸਰੋਤ ਕਹਾਣੀ ਜਿਹੜੀ ਤੁਹਾਡੇ ਨਾਲ ਅਸੀਂ ਰੂਬਰੂ ਕੀਤੀ। ਮੈਂ ਸੀ ਸ਼ੀਤਲ, ਮੇਰੇ ਨਾਲ ਕੈਮਰਾਮੈਨ ਕੁਨਾਲ ਸ਼ਰਮਾ, HSN ਨਿਊਜ਼।